ਅੱਜ ਬੀਜੇਪੀ ਦੀ ਬਠਿੰਡਾ ਇਕਾਈ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿੱਥੇ ਬਠਿੰਡਾ ਬੀਜੇਪੀ ਦੇ ਸਮੂਹ ਆਗੂ ਮੌਜੂਦ ਸੀ। ਇਸ ਮੌਕੇ ਬੀਜੇਪੀ ਆਗੂ ਦਿਆਲ ਸਿੰਘ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ 8 ਸਾਲਾਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਲੋਕ ਪੱਖੀ ਕੰਮ ਕੀਤੇ ਹਨ। ਚਾਹੇ ਉਹ ਉਜਵਲਾ ਯੋਜਨਾ ਹੋਵੇ ਜਾਂ ਕਿਸਾਨ ਨਿਧੀ ਯੋਜਨਾ ਜਾਂ ਫਿਰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਲਾਭਪਾਤਰੀਆਂ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਨ੍ਹਾਂ ਯੋਜਨਾਵਾਂ ਦਾ ਪੂਰਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 9 ਤਰੀਕ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਸੂਬਾ ਪੱਧਰ 'ਤੇ ਰੈਲੀਆਂ ਰਾਹੀਂ ਲਾਭਪਾਤਰੀਆਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਹਨਾਂ ਰਾਹੀਂ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕੇਂਦਰ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਉਹਨਾਂ ਨੂੰ ਕਿੰਨਾ ਲਾਭ ਮਿਲਿਆ ਹੈ। ਦੇ ਉੱਪਰ ਜਿਹੜੀ ਕੇਂਦਰ ਦੀ ਸਰਕਾਰ ਹੈ, ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਹ ਕੰਮ ਕਰ ਰਹੀ ਹੈ। ਅਸੀਂ ਕਿਸੇ ਵੀ ਵਰਗ ਦੀ ਗੱਲ ਕਰ ਲਈਏ, ਚਾਹੇ ਉਹ ਸਿੱਖ ਧਰਮ ਹੋਵੇ, ਚਾਹੇ ਉਹ ਕਿਸਾਨਾਂ ਦੀ ਗੱਲ ਹੋਵੇ, ਚਾਹੇ ਉਹ ਦਲਿਤਾਂ ਦੀ ਗੱਲ ਹੋਵੇ, ਚਾਹੇ ਉਹ ਸਿਹਤ ਬੀਮਾ ਯੋਜਨਾ ਜੋ ਲੋਕਾਂ ਲਈ ਲੈ ਕੇ ਆਏ ਉਹਦੀ ਗੱਲ ਹੋਵੇ, ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਹੋਵੇ, ਚਾਹੇ ਉਜਵਲ ਯੋਜਨਾ ਦੀ ਗੱਲ ਹੋਵੇ, ਚਾਹੇ ਸਾਰਾ ਦੇਸ਼ ਜਿੱਥੇ ਨੈਸ਼ਨਲ ਹਾਈਵੇ ਦੇ ਨਾਲ ਸਾਰੇ ਦੇਸ਼ ਨੂੰ ਸ਼ਹਿਰਾਂ ਨੂੰ ਜੋੜਿਆ ਗਿਆ ਤੇ ਸਾਰਾ ਦੇਸ਼ ਵੀ ਫਾਟਕ ਰਹਿਤ ਕਰ ਦਿੱਤਾ ਗਿਆ, ਤੇ ਚਾਹੇ ਗਰੀਬ ਕਲਿਆਣ ਅੰਨ ਯੋਜਨਾ ਦੀ ਗੱਲ ਹੋਵੇ, ਚਾਹੇ ਕਰੋਨਾ ਕਾਲ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਮਜ਼ਬੂਤ ਅਗਵਾਈ ਹੇਠ ਜਿੱਥੇ ਇਸ ਸੰਕਟ ਦੇ ਵਿੱਚੋਂ ਦੇਸ਼ ਨੂੰ ਕੱਢਿਆ ਗਿਆ ਜਾਂ ਦੇਸ਼ ਦੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਉਪਰਾਲਾ ਕੀਤਾ ਗਿਆ, ਚੰਗੀ ਅਗਵਾਈ ਕੀਤੀ ਗਈ, ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਤੁਹਾਡੇ ਸਾਹਮਣੇ ਤੁਹਾਡੇ ਜ਼ਰੀਏ ਅਸੀਂ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ 8 ਸਾਲਾਂ ਦੇ ਵਿੱਚ ਇਹ ਕੇਂਦਰ ਦੀ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਉਹਨੇ ਕੰਮ ਕੀਤੇ ਜਿਹੜੇ ਕਾਂਗਰਸ 70 ਸਾਲਾਂ ਦੇ ਵਿੱਚ ਨਹੀਂ ਕਰ ਸਕੀ। ਜੇ ਅੱਜ ਇਹਨਾਂ 8 ਸਾਲਾਂ ਦੇ ਵਿੱਚ ਚਾਹੇ ਉਹ ਕੋਈ ਵੀ ਵਰਗ ਹੈ, ਹਰ ਵਰਗ ਦੀ ਤਰੱਕੀ ਹੋਈ ਹੈ, ਹਰ ਵਰਗ ਨੂੰ ਉਹਦੀ ਬਣਦੀ ਸਹੂਲਤ ਦਾ ਜਿਹੜਾ ਲਾਭ ਹੈ ਉਹ ਅਖੀਰ ਗਰੀਬ ਤੋਂ ਗਰੀਬ ਵਿਅਕਤੀ ਹੈ ਜਿਹੜਾ ਅੰਤਮ ਰੇਖਾ ਦੇ ਉੱਪਰ ਬੈਠਾ ਹੈ, ਉਹਨੂੰ ਉਸ ਸਰਕਾਰ ਦੀ ਹਰ ਯੋਜਨਾ ਦਾ ਲਾਭ ਮਿਲਿਆ। ਇਸ ਕਰਕੇ ਮੈਂ ਕਹਿੰਦਾ ਕਿ ਜਿੱਥੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਕੇਂਦਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੈਂ ਸਮਝਦਾ ਕਿ ਜਿੱਥੇ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਜਿਹੜੀਆਂ ਫਾਈਲਾਂ 35 ਸਾਲਾਂ ਤੋਂ ਬੰਦ ਪਈਆਂ ਸੀ, ਉਹਨਾਂ ਦੀਆਂ ਫਾਈਲਾਂ ਨੂੰ ਕਢਵਾ ਕੇ ਸਿੱਟਾ ਬਣਾ ਕੇ ਜੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਈ ਹੈ ਤਾਂ ਉਹ ਸਾਡੀ ਕੇਂਦਰ ਦੀ ਸਰਕਾਰ ਜੋ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਹੈ ਉਹਨਾਂ ਨੇ ਦਿਵਾਈ ਹੈ। ਜੇ ਕਰਤਾਰਪੁਰ ਕੋਰੀਡੋਰ ਦੇ ਲਾਂਘੇ ਦੀ ਗੱਲ ਹੋਈ ਹੈ, ਖੁੱਲ੍ਹਿਆ, ਤੇ ਉਹ ਵੀ ਸਾਡੀ ਸਰਕਾਰ ਦੇ ਹਿੱਸੇ ਹੀ ਆਉਂਦਾ। ਤੇ ਜੇ ਅਸੀਂ ਗੱਲ ਕਰਦੇ ਹਾਂ ਕਿ ਵੀਰ ਬਾਲ ਦਿਵਸ ਵਜੋਂ ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਹੈ, ਜੇ ਉਹਦਾ ਐਲਾਨ ਕੀਤਾ ਹੈ ਤੇ ਇਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕੀਤਾ ਹੈ। ਜੇ ਲੰਗਰ ਦੇ ਉੱਪਰੋਂ GST ਹਟਾਉਣ ਦੀ ਗੱਲ ਕੀਤੀ ਹੈ, ਉਹ ਵੀ ਸਾਡੀ ਸਰਕਾਰ ਦੀ ਬਹੁਤ ਵੱਡੀ ਇੱਕ ਦੇਣ ਹੈ। ਤੇ ਮੈਂ ਸਮਝਦਾ ਹਾਂ ਕਿ ਜੇ ਕਰੋੜਾਂ ਰੁਪਈਆ ਜਿੰਨੇ ਵੀ ਗੁਰਪੁਰਬ ਆਏ ਉਹਨਾਂ ਨੂੰ ਮਨਾਉਣ ਲਈ, ਔਰ ਜਿਹੜੇ ਸ਼ਹਿਰ ਜਾਂ ਜਿਹੜੇ ਸਥਾਨ ਉਸ ਗੁਰੂ ਸਾਹਿਬਾਨ ਦੇ ਨਾਲ ਉਹਨਾਂ ਦੀ ਕੋਈ ਜਨਮ ਭੂਮੀ ਸੀ ਜਾਂ ਉਹਨਾਂ ਦੇ ਨਾਲ ਕੋਈ ਲਿੰਕ ਸੀ, ਉਹਨਾਂ ਦੇ ਵਿਕਾਸ ਲਈ, ਤਰੱਕੀ ਲਈ ਵੀ ਕਰੋੜਾਂ ਰੁਪਈਆ ਜਿਹੜਾ ਉਹ ਸਾਡੀ ਸਰਕਾਰ ਨੇ ਦੇ ਕੇ ਉਹਨਾਂ ਇਤਿਹਾਸਕ ਯਾਦਾਂ ਨੂੰ ਤਾਜ਼ਾ ਬਣਾਉਣ ਲਈ ਉਹ ਵੀ ਜਿਹੜਾ ਬਹੁਤ ਵੱਡਾ ਯੋਗਦਾਨ ਪਾਇਆ। ਸੋ ਜੇ ਮੈਂ ਗੱਲ ਕਰਾਂ ਕਿ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਦੋਂ ਲਾਲ ਕਿਲ੍ਹੇ 'ਤੇ ਭਾਸ਼ਣ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਕਿ ਮੇਰੇ ਦੇਸ਼ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਾ ਹੋਵੇ ਜਿਹਦੇ ਕੋਲੇ ਰਹਿਣ ਵਾਸਤੇ ਛੱਤ ਨਾ ਹੋਵੇ, ਜਿਹਦੇ ਰਹਿਣ ਵਾਸਤੇ ਮਕਾਨ ਨਾ ਹੋਵੇ। ਅੱਜ ਮੈਂ ਬੜੇ ਫਖਰ ਨਾਲ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਨੇ 1.22 ਕਰੋੜ ਜਿਹੜੇ ਹੈਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਜਿਹੜੇ ਮਕਾਨ ਬਣਾਏ ਨੇ। ਔਰ ਇੱਥੇ ਮੈਂ ਇਹ ਕਹੂੰਗਾ ਕਿ ਜਿੱਥੇ ਸਵੱਛ ਭਾਰਤ ਦੀ ਗੱਲ ਆਉਂਦੀ ਹੈ ਕਿ ਸਵੱਛ ਭਾਰਤ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਮੇਰੇ ਦੇਸ਼ ਦੀ ਕੋਈ ਵੀ ਔਰਤ ਜਾਂ ਵਿਅਕਤੀ ਸੁਬਾਹ ਉੱਠ ਕੇ ਬਾਹਰ ਨਾ ਜਾਵੇ, ਉਹਨੂੰ ਘਰ ਦੇ ਵਿੱਚ ਸ਼ੌਚਾਲਿਆ ਹੋਵੇ, ਉਹ ਉੱਥੇ ਹੀ ਉਹਦੀ ਵਰਤੋਂ ਕਰ ਸਕਦਾ ਹੋਵੇ। ਜਿੱਥੇ ਸਾਰੇ ਭਾਰਤ ਦੇ ਵਿੱਚ 11.22 ਕਰੋੜ ਬਣੇ ਹੈ ਤੇ ਪੰਜਾਬ ਦੇ ਵਿੱਚ 1,54,555 ਜਿਹੜੇ ਉਹ ਸ਼ੌਚਾਲੇ
ਬਣਾਏ ਗਏ ਹੈ। ਹੁਣ ਆਉਂਦੀ ਹੈ ਸਿਹਤ ਬੀਮਾ ਯੋਜਨਾ ਦੀ ਗੱਲ। ਇੱਕ ਦੁਨੀਆ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਫੈਸਲਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਲਿਆ ਕਿ ਮੇਰੇ ਦੇਸ਼ ਦਾ ਕੋਈ ਵੀ ਜਿਹੜਾ ਗਰੀਬ ਵਿਅਕਤੀ ਹੈ ਉਹ ਸਿਹਤ ਪੱਖੋਂ ਮਜ਼ਬੂਤ ਵੀ ਹੋਵੇ ਔਰ ਇਲਾਜ ਪੱਖੋਂ ਕੋਈ ਵੀ ਵਿਅਕਤੀ ਅਧੂਰਾ ਨਾ ਰਹੇ। ਔਰ ਜਦੋਂ ਉਹਨਾਂ ਨੇ ਐਲਾਨ ਕੀਤਾ ਸੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹ ਇਸ ਗੱਲ ਨੂੰ ਟਿੱਚਰ ਕਰਕੇ ਕਹਿੰਦੀਆਂ ਸੀ ਕਿ ਇਹ ਇੱਕ ਐਲਾਨ ਹੀ ਹੈ, ਲੇਕਿਨ ਤੁਸੀਂ ਦੇਖੋ ਕਿ 5 ਲੱਖ ਤੱਕ ਦਾ ਜਿਹੜਾ ਬੀਮਾ ਦਿੱਤਾ ਗਿਆ ਯੋਜਨਾ ਦੇ ਵਿੱਚ, ਆਯੁਸ਼ਮਾਨ ਜਿਹੜੀ ਭਾਰਤ ਯੋਜਨਾ ਹੈ ਉਹਦੇ ਅਧੀਨ ਹੁਣ ਤੱਕ 3.2 ਕਰੋੜ ਜਿਹੜੇ ਲੋਕ ਨੇ ਉਹ ਇਲਾਜ ਕਰਵਾ ਚੁੱਕੇ ਨੇ ਔਰ ਇਕੱਲੇ ਪੰਜਾਬ ਦੇ ਵਿੱਚ 11.48 ਲੱਖ ਲੋਕਾਂ ਨੂੰ ਇਹ ਸਿਹਤ ਬੀਮਾ ਯੋਜਨਾ ਦਾ ਜਿਹੜਾ ਲਾਭ ਮਿਲਿਆ। ਹੁਣ ਮੈਂ ਜਿੱਥੇ ਕਿਸਾਨਾਂ ਦੀ ਗੱਲ ਕਰਾਂ, ਕਿਸਾਨਾਂ ਲਈ ਸਾਡੀ ਸਰਕਾਰ ਨੇ ਐਡੇ ਲੰਬੇ ਵਧੀਆ ਤੇ ਕੰਮ ਕੀਤੇ ਨੇ ਕਿ ਜਿਹੜੀ ਕਾਂਗਰਸ 70 ਸਾਲਾਂ 'ਚ ਨਹੀਂ ਕਰ ਪਾਈ। ਔਰ ਖ਼ਾਸ ਤੌਰ ਤੇ ਜੇ ਮੈਂ ਕਹਾਂ ਕਿ ਜਿਹੜੀ ਕਿਸਾਨ ਸਨਮਾਨ ਨਿਧੀ ਹੈ ਉਹਦੀ ਜਿਹੜੀ 11ਵੀਂ ਕਿਸ਼ਤ ਹੈ ਉਹ 31 ਮਈ ਨੂੰ ਪ੍ਰਧਾਨ ਮੰਤਰੀ ਜੀ ਨੇ ਇੱਕ ਹਿਮਾਚਲ ਦੇ ਵਿੱਚ ਪ੍ਰੋਗਰਾਮ ਕਰਕੇ ਜਿੱਥੇ 23,000 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਹੈ, ਉੱਥੇ ਖੇਤੀ ਦੀ ਉਪਜ ਲਈ ਜਾਂ ਖੇਤੀ ਦੇ ਸੁਧਾਰ ਲਈ ਉਹਨਾਂ ਨੇ ਹੋਰ ਵੀ ਬਹੁਤ ਵੱਡੀਆਂ ਯੋਜਨਾਵਾਂ ਲੈ ਕੇ ਆਉਂਦੀਆਂ ਨੇ। ਸੋ ਇਸ ਕਰਕੇ ਅੱਜ ਜਿੱਥੇ ਇਹਨਾਂ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ ਔਰ ਦੂਜੇ ਇਹਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਕਰਪਸ਼ਨ ਹੈ ਉਹ ਵੀ ਖਤਮ ਹੋਈ ਹੈ। ਉਹ ਕਿਸ ਤਰ੍ਹਾਂ ਹੋਈ ਹੈ ਕਿ ਕਿਸੇ ਸਮੇਂ ਕਾਂਗਰਸ ਦਾ ਪ੍ਰਧਾਨ ਮੰਤਰੀ ਕਹਿੰਦਾ ਸੀ ਕਿ ਕੇਂਦਰ ਦੇ ਵਿੱਚੋਂ 1 ਰੁਪਈਆ ਚੱਲਦਾ ਹੈ ਔਰ 85 ਪੈਸੇ ਰਾਹ ਦੇ ਵਿੱਚ ਖਤਮ ਹੋ ਜਾਂਦੇ ਆ, 15 ਪੈਸੇ ਹੀ ਜਿਹੜਾ ਲਾਭਪਾਤਰੀ ਆ ਉਹਦੇ ਕੋਲ ਪਹੁੰਚਦੇ ਆ। ਲੇਕਿਨ ਇਹ ਜਿਹੜੀ ਮੋਦੀ ਸਾਹਿਬ ਨੇ ਸਿੱਧੇ ਹੀ ਖਾਤਿਆਂ ਦੇ ਵਿੱਚ, ਚਾਹੇ ਕੋਈ ਵੀ ਯੋਜਨਾ ਦਾ ਪੈਸਾ ਆਉਂਦਾ ਹੈ ਕਿਸੇ ਵੀ ਲਾਭਪਾਤਰੀ ਦੇ ਖਾਤੇ ਦੇ ਵਿੱਚ ਆਉਂਦਾ ਹੈ, ਜੇ ਰੁਪਈਆ ਕੇਂਦਰ ਦੇ ਵਿੱਚੋਂ ਚੱਲਦਾ ਹੈ ਤੇ ਰੁਪਈਆ ਸਿੱਧਾ ਹੀ ਉਹਦੇ ਖਾਤੇ ਦੇ ਵਿੱਚ ਆਉਂਦਾ ਹੈ। ਸੋ ਇਸ ਕਰਕੇ ਇਹ ਵੀ ਬਹੁਤ ਵੱਡਾ ਇੱਕ ਇਤਿਹਾਸਕ ਫੈਸਲਾ ਹੈ ਜਿਹੜਾ ਸਾਡੀ ਸਰਕਾਰ ਨੇ ਕਰਪਸ਼ਨ ਨੂੰ ਦੂਰ ਕਰਨ ਲਈ, ਜਾਂ ਜਿਹੜੇ ਰਾਹ ਦੇ ਵਿੱਚ ਅਫਸਰ ਜਾਂ ਵਿਚੋਲੇ ਛਕ ਜਾਂਦੇ ਸੀ ਉਹ ਸਾਰੀ ਗੱਲ ਹੈ ਜਿਹੜੀ ਉਹਨਾਂ ਨੇ ਇਹ ਵੀ ਦੂਰ ਕਰ ਦਿੱਤੀ ਹੈ। ਸੋ ਇਸ ਕਰਕੇ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਸਾਰੀਆਂ ਸਕੀਮਾਂ ਚਲਾਈਆਂ ਜਾਂਦੀਆਂ, ਇਹਨਾਂ ਸਕੀਮਾਂ ਦਾ ਲਾਭ ਉਸ ਲਾਭਪਾਤਰੀ ਤੱਕ ਪਹੁੰਚੇ ਜਿੱਥੇ ਸਰਕਾਰ ਦਾ ਉਪਰਾਲਾ ਹੈ, ਉੱਥੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਜਿਹੜਾ 1 ਜੂਨ ਤੋਂ ਲੈ ਕੇ 15 ਜੂਨ ਤੱਕ ਅਸੀਂ ਇੱਕ 8 ਸਾਲਾਂ ਦੀ ਸਰਕਾਰ ਦਾ ਪੂਰਾ ਹੋਣ 'ਤੇ ਮਨਾ ਰਹੇ ਹਾਂ ਪੰਦਰਵਾੜਾ, ਉਹਦੇ ਤਹਿਤ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਵੀ ਇਹਦੇ ਵਿੱਚ ਜਾ ਕੇ ਉਹਨਾਂ ਲਾਭਪਾਤਰੀਆਂ ਤੱਕ ਅਪਰੋਚ ਕਰ ਰਹੇ ਨੇ, ਉਹਨਾਂ ਲਾਭਪਾਤਰੀਆਂ ਤੋਂ ਪਤਾ ਕਰ ਰਹੇ ਨੇ ਕਿ ਤੁਹਾਨੂੰ ਜਿਹੜੀ ਕੇਂਦਰ ਦੀ ਯੋਜਨਾ ਹੈ ਉਹਦਾ ਲਾਭ ਮਿਲ ਰਿਹਾ, ਉਹਨਾਂ ਨੂੰ ਮਿਲਿਆ ਜਾ ਰਿਹਾ ਹੈ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸੋ ਇਸ ਕਰਕੇ ਅੱਜ ਅਸੀਂ 8 ਸਾਲ ਪੂਰੇ ਹੋਣ ਸਰਕਾਰ ਤੇ ਜਿਹੜਾ ਹੈਗਾ ਉਹ ਸਾਰਾ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ। ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਈਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।